ਲੜੀਵਾਰ ਕਥਾ ਮਹਾਰਾਜ ਜੀ ਦੇ ਪਾਵਨ ਬਚਨਾਂ ਦੀ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਪਾਵਨ ਸ਼ਬਦ ਆਪਾਂ ਰਾਗ ਜੈਤ ਸ੍ਰੀ ਚ 702 ਅੰਗ ਤੇ ਵਿਚਾਰ ਰਹੇ ਹਾਂ। ਸਰਵਣ ਕਰੀਏ ਜੀ। ਜੈਤ ਸ੍ਰੀ ਮਹੱਲਾ ਪੰਜਵਾ। ਆਏ ਅਨਕ ਜਨਮ ਭ੍ਰਮ ਸਰਨੀ। ਰਾਗ ਜੈਤ ਸ੍ਰੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਨੇ। ਹੇ ਪ੍ਰਭੂ, ਬੇਨਤੀ ਕਰ ਰਹੇ ਨੇ, ਹੇ ਪ੍ਰਭੂ, ਮੈਂ ਬਹੁਤ ਜਨਮਾਂ ਵਿੱਚ ਭਰਮ ਭਰਮ ਕੇ ਤੁਹਾਡੀ ਸ਼ਰਨ ਚ ਆਇਆ। ਪਿੰਧੀ ਊਬ ਕਲੇ ਸੰਸਾਰਾ ਭ੍ਰਮ ਭਰਮ ਆਏ ਤੁਮ ਛੇ ਦੁਆਰਾ। ਪਿੰਧੀ ਊਬ ਕਲੇ ਸੰਸਾਰ। ਭਗਤ ਨਾਮਦੇਵ ਜੀ। ਜਿਵੇਂ ਮਹਾਰਾਜ ਟੰਡਾਂ ਘੁੰਮਦੀਆਂ ਨੇ ਨਾ, ਖੂਹ ਹੁੰਦੇ ਸੀ ਟੰਡਾਂ ਵਾਲੇ ਪੁਰਾਣੇ ਵੇਲਿਆਂ, ਉਹ ਭਰ ਕੇ ਆਉਂਦੀਆਂ ਬਾਹਰ ਨੂੰ, ਖਾਲੀ ਹੋ ਕੇ ਫਿਰ ਜਾਂਦੀਆਂ, ਫਿਰ ਭਰ ਕੇ ਆਉਂਦੀਆਂ ਖੂਹ ਚੋਂ ਬਾਹਰ ਨੂੰ। ਮਹਾਰਾਜ ਉਦਾਂ ਹੀ ਅਸੀਂ ਵੀ ਸਵਾਸਾਂ ਨਾਲ ਭਰ ਕੇ ਆਉਂਦੇ, ਖਾਲੀ ਕਰਕੇ ਆਪਣੇ ਸਵਾਸਾਂ ਨੂੰ ਮੁੜ ਫਿਰ ਜਾਂਦੇ, ਫਿਰ ਆਉਂਦੇ। ਏਦਾਂ ਭਰਮਦਿਆਂ ਭਰਮਦਿਆਂ ਮਹਾਰਾਜ ਕਈ ਜਨਮ ਬੀਤ ਗਏ। ਇਹ ਸੁਆਮੀ, ਹੁਣ ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਉਧਰ ਦੇਹ ਅੰਧਕੂਪ ਤੇ ਲਾਭ ਹੋ ਆਪਣੀ ਚਰਣੀ। ਮਹਾਰਾਜ ਮੈਨੂੰ ਆਪਣੇ ਚਰਣੀ ਲਾ ਲਓ, ਔਰ ਆਪਣੇ ਚਰਨਾਂ ਨਾਲ ਲਾ ਕੇ ਆ ਜਿਹੜੀ ਮੇਰੀ ਦੇਹ ਹੈ ਇਹ ਅੰਨਾ ਖੂਹ ਹੈ, ਜਾਂ ਇਹ ਸੰਸਾਰ ਅੰਨਾ ਖੂਹ ਹੈ, ਦਿਸਦਾ ਹੀ ਨਹੀਂ ਕੁਝ ਇਹਦੇ ਚ, ਅੰਨਾ ਖੂਹ ਹੈ। ਮਹਾਰਾਜ ਇਹਦੇ ਵਿੱਚੋਂ ਮੈਨੂੰ ਉਧਾਰ ਲਓ, ਕੱਢ ਲਓ, ਖਿੱਚ ਲਓ, ਜਿਵੇਂ ਭਾਈ ਮੰਝ ਨੂੰ ਕੱਢਿਆ ਸੀ ਨਾ ਗੁਰੂ ਅਰਜਨ ਸਾਹਿਬ। ਇਹ ਦਇਆਨੰਦ ਸੁਆਮੀ, ਅਸੀਂ ਵੀ ਖੂਹ 'ਚ ਡਿੱਗੇ ਹੋਏ ਹਾਂ, ਸਾਨੂੰ ਵੀ ਕੱਢ ਲਓ, ਘੁੱਟ ਕੇ ਗਲ ਨਾਲ ਲਾ ਲਓ ਸਾਹਿਬ ਜੀ। ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਮਹਾਰਾਜ ਨਾ ਤਾਂ ਮੈਨੂੰ ਪਤਾ ਵੀ ਗਿਆਨ ਕੀ ਹੁੰਦਾ ਹੈ, ਨਾ ਮੈਨੂੰ ਧਿਆਨ ਦਾ ਪਤਾ ਹੈ, ਨਾ ਮੈਂ ਜਾਣਾ ਗਿਆਨ ਨੂੰ, ਨਾ ਮੈਂ ਜਾਣਾ ਧਿਆਨ ਨੂੰ, ਨਾ ਹੀ ਮਹਾਰਾਜ ਜੀ ਕਿਸੇ ਕਰਮ ਨੂੰ ਜਾਣਾ ਵੀ ਇਹ ਕੰਮ ਚੰਗੇ ਹੁੰਦੇ ਆ, ਆਹ ਕਰਮ ਕੀਤਿਆਂ ਏਦਾਂ ਹੁੰਦਾ। ਮੈਨੂੰ ਕਰਮਾਂ ਦਾ ਵੀ ਕੋਈ ਬੋਧ ਨਹੀਂ, ਨਾ ਹੀ ਮੇਰੀ ਕਰਨੀ ਚੰਗੀ ਆ। ਕੰਮ ਵੀ ਮਾੜੇ ਨੇ ਮਹਾਰਾਜ, ਕਰਤੂਤਾਂ ਵੀ ਮਾੜੀਆਂ ਨੇ, ਹੈ ਭਾਵੇਂ ਮਨੁੱਖੀ ਅਸੀਂ, ਪਰ ਮਹਾਰਾਜ ਸਾਡੀਆਂ ਆਦਤਾਂ ਪਸ਼ੂਆਂ ਵਾਲੀਆਂ ਹੀ ਨੇ, ਕਰਨੀ ਵੀ ਚੰਗੀ। ਇਹ ਬੇਨਤੀ ਹੈ ਸਾਹਿਬ ਦੇ ਚਰਨਾਂ 'ਚ। ਮਤ ਕੋਈ ਆਪਣੀ ਕਰਨੀ ਤੇ ਮਾਣ ਕਰੀ ਜਾਵੇ ਵੀ ਮੈਂ ਤਾਂ ਬੜੀ ਬਾਣੀ ਪੜ੍ਹਦਾ, ਬੜੇ ਚੰਗੇ ਕੰਮ ਕਰਦਾ। ਮਹਾਰਾਜ ਮੇਰੀ ਕਰਨੀ ਨਹੀਂ ਕੋਈ ਚੰਗੀ, ਮੇਰੀ ਕਰਤੂਤ ਵੀ ਚੰਗੀ ਨਹੀਂ ਹੈ। ਹਾਂਜੀ। ਸਾਧ ਸੰਗਤ ਕਾ ਅੰਚਲ ਲਾਭ ਹੋ, ਬਿਖਮ ਨਦੀ ਜਾਏ ਤਰਣੀ। ਮਹਾਰਾਜ ਜੀ ਮੈਨੂੰ ਸਾਧ ਸੰਗਤ ਦੇ ਪੱਲੇ ਲਾ ਦਿਓ, ਸਾਧ ਸੰਗਤ ਦੇ ਆਸਰੇ ਨਾਲ ਜੋੜ ਦਿਓ ਮਹਾਰਾਜ, ਤਾਂ ਜੋ ਜਿਹੜੀ ਆ ਮਾਇਆ ਦੀ ਔਖੀ ਨਦੀ ਹੈ ਨਾ, ਬਿਖਮ ਨਦੀ, ਮੈਂ ਇਹਦੇ ਤੋਂ ਤਰ ਜਾਵਾਂ। ਬੜਾ ਕਠਨ ਹੈ ਇਸ ਨਦੀ ਤੋਂ ਤਰਨਾ। ਇਹ ਜਿਹੜੀ ਮਾਇਆ ਦੀ ਨਦੀ ਹੈ ਮਹਾਰਾਜ, ਇਹਨੂੰ ਤਰਨਾ ਬੜਾ ਮੁਸ਼ਕਲ ਹੈ। ਕਿਰਪਾ ਕਰੋ ਮੈਨੂੰ ਸਾਧ ਸੰਗਤ ਦਾ ਪੱਲਾ ਫੜਾ ਦਿਓ, ਯਾਨੀ ਕਿ ਮੇਰੇ ਰਹਿੰਦੇ ਸਵਾਸਾਂ ਤਾਈਂ ਮੈਨੂੰ ਸਾਧ ਸੰਗਤ ਦੀਆਂ ਘੜੀਆਂ ਬਖਸ਼ਦੇ ਰਹੋ, ਤਾਂ ਜੋ ਮੈਂ ਇਸ ਬਿਖਮ ਨਦੀ ਤੋਂ ਤਰ ਸਕਾਂ। ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮੈਂ ਤਰਨੀ। ਇਹ ਰੱਬ ਦੇ ਪਿਆਰੇ ਜਿਹੜੇ ਇਹੋ ਜਿਹੇ ਹਨ ਭਾਈ, ਉਹ ਸੰਸਾਰ ਦੀ ਜਿਹੜੀ ਸੁੱਖ ਸੰਪਦਾ ਵਿਭੂਤੀ ਹੈ, ਸੰਸਾਰ ਦੇ ਜਿਹੜੇ ਰਸ ਨੇ, ਉਹ ਇਹਨਾਂ ਵਿੱਚ ਆਪਣਾ ਮਨ ਨਹੀਂ ਧਰਦੇ। ਉਹ ਸੰਸਾਰ ਦੇ ਸੁੱਖ ਸੰਪਦਾ ਵਿਭੂਤੀ ਵਿੱਚ, ਸੰਸਾਰ ਦੇ ਪਦਾਰਥਾਂ ਦੇ ਰਸਾਂ ਵਿੱਚ ਰੱਬ ਦੇ ਪਿਆਰੇ ਆਪਣਾ ਮਨ ਨਹੀਂ ਜੋੜਦੇ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ, ਹਰ ਨਾਮ ਰੰਗ ਆਭਰਣੀ। ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਆਭਰਣੀ ਕਹੀਏ ਗਹਿਣੇ ਧਾਰਨ ਕਰ ਲਏ ਨੇ, ਉਹ ਸਾਹਿਬ ਦੇ ਦਰਸ਼ਨ ਕਰਕੇ ਤ੍ਰਿਪਤ ਹੋ ਗਏ ਨੇ। ਉਹਨਾਂ ਅੰਦਰ ਕਿਸੇ ਵੀ ਪ੍ਰਕਾਰ ਦੇ ਕੋਈ ਪਦਾਰਥ ਦੀ ਭੁੱਖ ਹੀ ਨਹੀਂ ਰਹੀ।
ਮਹਾਰਾਜ ਜਿਹੜੇ ਤੁਹਾਡੇ ਦਾਸ ਨੇ ਉਹ ਤਾਂ ਤੁਹਾਡੇ ਦਰਸ਼ਨ ਕਰਕੇ ਹੀ ਤ੍ਰਿਪਤ ਹੋ ਗਏ ਨੇ। ਉਹਨਾਂ ਬੜੇ ਵਧੀਆ ਗਹਿਣੇ ਆਪਣੇ ਕੰਠ ਵਿੱਚ ਧਾਰਨ ਕੀਤੇ ਨੇ। ਉਹ ਹੈ ਆਪ ਜੀ ਦੇ ਨਾਮ ਦੇ ਰੰਗ ਦਾ ਜਿਹੜਾ ਗਹਿਣਾ ਹੈ ਨਾ, ਉਹ ਨਾ ਆਪਣੇ ਕੰਠ 'ਚ ਪਾ ਲਿਆ। ਆ ਭਰਣੀ ਦਾ ਸੰਪਰਦਾਈ ਮਹਾਂਪੁਰਸ਼ਾਂ ਨੇ ਅਰਥ ਲਲਾਰੀ ਦਾ ਜਿਹੜਾ ਮੱਟੀ ਹੁੰਦੀ ਹੈ ਉਹਦਾ ਵੀ ਅਰਥ ਕੀਤਾ ਭਰਣੀ, ਕਿਉਂਕਿ ਰੰਗ ਸ਼ਬਦ ਆਇਆ ਨਾ ਪਹਿਲਾਂ। ਮਹਾਰਾਜ ਜਿਹੜੇ ਤੁਹਾਡੇ ਪ੍ਰੇਮ ਦੀ ਮੱਟੀ ਦੇ ਰੰਗ ਵਿੱਚ ਰੰਗੇ ਗਏ ਨੇ, ਉਸ ਮੱਟੀ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਰੰਗ ਲਿਆ ਉਹ ਤੁਹਾਡੇ ਦਰਸ਼ਨ ਕਰਕੇ ਤ੍ਰਿਪਤ ਹੋ ਗਏ ਨੇ। ਉਹਨਾਂ ਅੰਦਰ ਕਿਸੇ ਹੋਰ ਪਦਾਰਥ ਦੀ ਭੁੱਖ ਤੇ ਕਾਂਖਾ ਨਹੀਂ ਰਹੀ। ਜੈਤ ਸ੍ਰੀ ਮਹੱਲਾ ਪੰਜਵਾਂ। ਹਰ ਜਨ ਸਿਮਰਹੁ ਹਿਰਦੈ ਰਾਮ। ਜੈਤ ਸ੍ਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ, ਹੇ ਹਰੀ ਦੇ ਜਨੋ, ਆਪਣੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੋ। ਹਰ ਜਨ ਸਿਮਰਹੁ ਹਿਰਦੈ ਰਾਮ। ਹੇ ਹਰੀ ਦੇ ਜਨੋ, ਹਿਰਦੇ ਵਿੱਚ ਸਿਮਰੋ ਹਰੀ ਦੇ ਰਾਮ ਨਾਮ ਨੂੰ। ਹਰ ਜਨ ਕੋ ਅਪਦਾ ਨਿਕਟ ਨ ਆਵੈ, ਪੂਰਨ ਦਾਸ ਕੇ ਕਾਮ। ਨਾਮ ਦਾ ਪ੍ਰਤਾਪ ਕੀ ਹੋਵੇਗਾ? ਹਰੀ ਦੇ ਜਨ ਜਦੋਂ ਨਾਮ ਹਿਰਦੇ 'ਚ ਜਪਣਗੇ ਤਾਂ ਉਹਨਾਂ ਹਰੀ ਦੇ ਜਨਾਂ ਦੇ ਨੇੜੇ ਕੋਈ ਅਪਦਾ, ਕੋਈ ਵਿਪਤਾ, ਕੋਈ ਦੁੱਖ ਨਹੀਂ ਆਉਂਦਾ। ਹਰ ਜਨ ਕੋ ਅਪਦਾ ਨਿਕਟ ਨ ਆਵੈ, ਅਪਦਾ ਉਹਨਾਂ ਦੇ ਨੇੜੇ ਨਹੀਂ ਆਉਂਦੀ। ਪੂਰਨ ਦਾਸ ਕੇ ਕਾਮ, ਉਹਨਾਂ ਦਾਸਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਕੋਈ ਆਖੇ ਜੀ ਅਸੀਂ ਤਾਂ ਨਾਮ ਜਪਣ ਵਾਲੇ ਬੜੇ ਬੜੇ ਮਹਾਂਪੁਰਸ਼ਾਂ ਨੂੰ ਵੀ ਦੁੱਖਾਂ 'ਚ ਵੇਖਿਆ, ਬਾਹਰੀ ਰੂਪ ਦੇ ਵਿੱਚ ਭਾਵੇਂ ਕੋਈ ਤਕਲੀਫ ਆਵੇ ਉਹਨਾਂ ਨੂੰ, ਪਰ ਹਿਰਦੇ ਵਿੱਚ ਉਹਨਾਂ ਦੇ ਖੇੜਾ ਹੀ ਰਹਿੰਦਾ, ਆਨੰਦ ਹੀ ਰਹਿੰਦਾ। ਉਹ ਨਹੀਂ, ਉੱਥੇ ਨਹੀਂ ਪਹੁੰਚਦਾ ਦੁੱਖ। ਦੁੱਖ ਤਾਂ ਉਹੀ ਹੁੰਦਾ ਨਾ ਜਿਹਨੂੰ ਅਸੀਂ ਦੁੱਖ ਮੰਨੀਏ। ਜਿਸ ਨੂੰ ਅਸੀਂ ਦੁੱਖ ਮੰਨੀਏ ਉਹੀ ਦੁੱਖ ਹੈ ਨਾ। ਅਸੀਂ ਗਰਮ ਇਲਾਕਿਆਂ 'ਚ ਰਹਿੰਦੇ ਹਾਂ, ਅਸੀਂ ਅੱਗ ਨੂੰ ਦੁੱਖ ਮੰਨਿਆ ਵੀ ਗਰਮੀ ਬੜਾ ਵੱਡਾ ਦੁੱਖ ਹੈ। ਜਿਹੜੇ ਬਰਫ਼ 'ਚ ਰਹਿੰਦੇ ਆ, -40 ਤੱਕ ਟੈਂਪਰੇਚਰ ਹੁੰਦਾ ਜਿੱਥੇ ਗਲੇਸ਼ੀਅਰ ਦੇ ਇਲਾਕੇ, ਉੱਥੇ ਉਸ ਬਰਫ਼ ਨੂੰ ਦੁੱਖ ਮੰਨਦੇ ਆ ਵੀ ਇਹ ਬੜਾ ਵੱਡਾ ਦੁੱਖ ਹੈ। ਧੰਨ ਨੇ ਉਹ ਲੋਕ ਜਿਹੜੇ ਸੂਰਜ ਦੀ ਤਪਸ਼ ਨੂੰ ਮਾਣਦੇ ਨੇ, ਉਹਨਾਂ ਨੇ ਉਹਨੂੰ, ਕਿਉਂਕਿ ਜਿਸ ਚੀਜ਼ ਨੂੰ ਅਸੀਂ ਦੁੱਖ ਮੰਨਣਾ ਉਸੇ ਨੇ ਦੁੱਖ ਹੋਣਾ ਨਾ। ਜੇ ਦੁੱਖ ਨੂੰ ਦੁੱਖ ਮੰਨੋ ਹੀ ਨਾ ਤੇ ਫਿਰ ਉਹ ਦੁੱਖ ਕਿਵੇਂ ਹਾਵੀ ਹੋ ਸਕਦਾ? ਰੱਬ ਦੇ ਪਿਆਰਿਆਂ ਦੀ ਅਵਸਥਾ ਬਣ ਜਾਂਦੀ ਹੈ ਕਿ ਉਹ ਦੁੱਖ ਨੂੰ ਦੁੱਖ ਹੀ ਨਹੀਂ ਮੰਨਦੇ। ਇਸ ਕਰਕੇ ਹਰੀ ਦੇ ਜਨਾਂ ਦੇ ਨੇੜੇ ਆਪਦਾ ਆਉਂਦੇ ਹੀ ਨਹੀਂ, ਦੁੱਖ ਆਉਂਦਾ ਹੀ ਨਹੀਂ। ਔਰ ਉਹਨਾਂ ਦੇ ਜਿਤਨੇ ਵੀ ਕੰਮ ਨੇ ਉਹ ਪੂਰਨ ਹੋ ਜਾਂਦੇ ਨੇ। ਕੋਈ ਕੰਮ ਇਹੋ ਜਿਹਾ ਅਧੂਰਾ ਨਹੀਂ ਬਚਦਾ ਉਹਨਾਂ ਦਾ ਕਿ ਜਿਸ ਨੂੰ ਕਰਨ ਲਈ ਫਿਰ ਸੰਸਾਰ ਦੇ ਵਿੱਚ ਆਉਣਾ ਪਵੇ। ਹਾਂਜੀ। ਰਹਾਉ ਕੋਟ ਬਿਗਨ ਬਿਨਸੈ ਹਰ ਸੇਵਾ, ਨੀਚਲ ਗੋਵਿੰਦ ਧਾਮ। ਹਰੀ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕੀਤਿਆਂ ਕਰੋੜਾਂ ਵਿਘਨ ਬਿਨਸ ਜਾਂਦੇ ਨੇ। ਕਰੋੜਾਂ, 1 2 4 ਦੀ ਗੱਲ ਨਹੀਂ ਕੀਤੀ ਮਹਾਰਾਜ, ਕਰੋੜਾਂ ਵਿਘਨਾਂ ਦੀ ਗੱਲ ਕਰਦੇ। ਹਰੀ ਸੇਵਾ ਕਰਦਿਆਂ, ਗੁਰੂ ਸੇਵਾ ਕਰਦਿਆਂ, ਸਿਮਰਨ ਕਰਦਿਆਂ ਕਰੋੜਾਂ ਵਿਘਨ ਬਿਨਸਦੇ ਨੇ, ਕਰੋੜਾਂ। ਔਰ ਗੋਬਿੰਦ ਦਾ ਜਿਹੜਾ ਘਰ ਨਿਚਲ ਹੈ ਨਾ, ਜਿੱਥੇ ਜਾ ਕੇ ਚਲਾਏ ਮਾਨ ਨਹੀਂ ਹੋਣਾ ਪੈਂਦਾ, ਨਾਮ ਜਪਣ ਵਾਲੇ ਗੁਰਮੁਖ ਉਸ ਨਿਚਲ ਥਾਂ ਨੂੰ ਪ੍ਰਾਪਤ ਕਰ ਲੈਂਦੇ ਨੇ। ਜਿੱਥੇ ਜਾ ਕੇ ਚਲਾਏ ਮਾਨ, ਮਿਟ ਗਏ ਗਵਨ ਪਾਏ ਵਿਸਰਾਮ ਵਾਲਾ ਟਿਕਾਣਾ ਹੈ ਨਾ, ਉਹ ਟਿਕਾਣਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਹੈ। ਭਗਵੰਤ ਭਗਤ ਕੋ ਭਉ ਕਿਛ ਨਾਹੀ, ਆਦਰ ਦੇਵਤ ਜਾਮ। ਜਿਹੜੇ ਰੱਬ ਦੇ ਪਿਆਰੇ ਨੇ ਨਾ, ਭਗਵੰਤ ਦੇ ਭਗਤ, ਕਹਿੰਦੇ ਉਹਨਾਂ ਨੂੰ ਭਉ ਨਹੀਂ ਰਹਿੰਦਾ ਕਿਸੇ ਦਾ। ਖੁਦ ਧਰਮ ਰਾਜਾ ਜਿਹੜਾ ਉਹ ਹੱਥ ਜੋੜ ਕੇ ਉਹਨਾਂ ਨੂੰ ਆਦਰ ਦਿੰਦਾ, ਮਹਾਰਾਜ ਆਓ ਜੀ, ਜੀ ਆਇਆਂ ਨੂੰ ਜੀ। ਆਦਰ ਦੇਵਤ ਜਾਮ ਵੀ ਉਹਨਾਂ ਨੂੰ ਆਦਰ ਦਿੰਦੇ ਐ। ਧਰਮ ਰਾਜਾ ਵੀ ਉਹਨਾਂ ਨੂੰ ਆਦਰ ਦਿੰਦਾ। ਰੱਬ ਦੇ ਪਿਆਰਿਆਂ ਨੂੰ, ਭਗਤ ਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਨੇ, ਉਹਨਾਂ ਨੂੰ ਭਉ ਹੀ ਨਹੀਂ ਹੈ, ਨਾ ਜੰਮਾਂ ਦਾ ਨਾ ਮੌਤ ਦਾ। ਹਾਂਜੀ। ਤਜ ਗੋਪਾਲ ਆਨ ਜੋ ਕਰਨੀ,
ਸੋਈ ਸੋਈ ਬਿਨਸਤ ਖਾਮ। ਜਿਹੜੇ ਉਸ ਗੋਪਾਲ ਨੂੰ ਛੱਡ ਕੇ ਹੋਰ ਕਰਨੀਆਂ ਨੂੰ ਤਰਜੀਹ ਦਿੰਦੇ ਆ, ਹੋਰ ਕਰਮ ਕਾਂਡਾਂ ਨੂੰ ਤਰਜੀਹ ਦਿੰਦੇ ਆ, ਉਹ ਆਖਰ ਨੂੰ ਖੁਆਰ ਹੋ ਕੇ ਬਿਨਸਦੇ ਤੇ ਮਰਦੇ ਨੇ। ਜਦੋਂ ਭਜਨ ਨਹੀਂ ਕੀਤਾ, ਹੋਰ ਸੰਸਾਰ ਦੇ ਬਹੁਤ ਸਾਰੇ ਫੋਕੇ ਜਿਹੜੇ ਕਰਮ ਕਾਂਡ ਨੇ ਉਹਨਾਂ ਨੂੰ ਤਰਜੀਹ ਦਿੱਤੀ ਜ਼ਿਆਦਾ, ਤੇ ਭਜਨ ਨਹੀਂ ਕੀਤਾ। ਇਹੋ ਜਿਹੇ ਜਿਹੜੇ ਜੀਵ ਨੇ ਭਾਈ, ਉਹ ਅੰਤ ਨੂੰ ਖੇ ਹੋ ਕੇ ਮਰਦੇ ਨੇ, ਬਿਨਸਦੇ ਹਨ। ਚਰਨ ਕਮਲ ਹਿਰਦੈ ਕਹੋ ਨਾਨਕ, ਸੁਖ ਸਮੂਹ ਬਿਸਰਾਮ। ਏਦਾਂ ਵੀ ਅਰਥ ਕਰਦੇ ਆ ਮਹਾਂਪੁਰਸ਼ ਕਿ ਜਿਹੜੇ ਪਰਮੇਸ਼ਰ ਦਾ ਭਜਨ ਛੱਡ ਕੇ ਹੋਰ ਕਰਮਾਂ ਨੂੰ ਤਰਜੀਹ ਦਿੰਦੇ, ਉਹ ਸਾਰੇ ਕਰਮ ਬਿਨਸ ਜਾਂਦੇ ਆ, ਜਾਮੀ ਖੋਹ ਲੈਂਦੇ। ਭਜਨ ਨਾ ਕੀਤਾ ਹੋਵੇ, ਕਹਿੰਦੇ ਜਮ ਧੁੱਪੇ ਤੋਰ ਲੈਂਦੇ ਆ। ਕਹਿੰਦਾ ਛਾਵੇਂ ਲੈ ਚੱਲੋ, ਕਹਿੰਦੇ ਲੈ ਚੱਲਨੇ ਆ, ਪਹਿਲਾਂ ਜਿਹੜੇ ਦਰਖਤ ਲਾਏ ਨੇ, ਰੁੱਖ ਲਾਏ ਨੇ, ਉਹਦਾ ਫਲ ਦੇ ਦੇ ਸਾਨੂੰ। ਕਹਿੰਦਾ ਲੈ ਲਓ, ਪਰ ਛਾਵੇਂ ਲੈ ਟੁਰੋ। ਫਿਰ ਅੱਗੇ ਟੋਰਿਆ, ਭੁੱਖ ਲੱਗੀ, ਕਹਿੰਦਾ ਜੀ ਖਾਣ ਨੂੰ ਦੇ ਦਿਓ ਕੁਝ, ਕਿਉਂਕਿ ਭਜਨ ਨੇ ਤੋਸਾ ਬਣਨਾ ਸੀ ਨਾ, ਭਜਨ ਕੀਤਾ ਨਹੀਂ, ਕਰਮ ਬੜੇ ਕੀਤੇ, ਲੰਗਰ ਬੜੇ ਲਾਏ ਸੀ। ਉਹ ਕਹਿੰਦੇ ਜਿਹੜੇ ਲੰਗਰ ਲਾਏ ਸੀ ਉਹਦਾ ਫਲ ਦੇ ਦੇ ਸਾਨੂੰ, ਲੈ ਚੱਲਨੇ ਅੱਗੇ। ਯਾਨੀ ਕਿ ਧਰਮ ਰਾਜੇ ਤਾਈਂ ਪਹੁੰਚਦਿਆਂ ਸਾਰਾ ਕੁਝ ਖਾਲੀ ਕਰ ਦਿੰਦੇ, ਛੱਡਦੇ ਹੀ ਨਹੀਂ ਪੱਲੇ ਕੁਝ। ਜੇ ਭਜਨ ਕੀਤਾ ਹੋਵੇ, ਫਿਰ ਉਹ ਕਰਮ ਵੀ ਜਿਹੜੇ ਨੇ 10 ਗੁਣਾ ਹੋ ਕੇ ਫਲੀਭੂਤ ਹੁੰਦੇ, ਕਿਉਂਕਿ ਇੱਕ ਤੋਂ ਬਿਨਾਂ ਜ਼ੀਰੋ ਦਾ ਕੀ ਮੁਆਇਨਾ ਹੁੰਦਾ, ਕੋਈ ਮੁੱਲ ਨਹੀਂ ਹੈ। ਤੋ ਚਰਨ ਕਮਲ ਹਿਰਦਾ ਗਹੁ ਨਾਨਕ, ਸੁਖ ਸਮੂਹ ਬਿਸਰਾਮ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਾਹਿਬ ਦੇ ਚਰਨ ਕਮਲਾਂ ਨੂੰ ਗ੍ਰਹਿਣ ਕਰੋ, ਜਿੱਥੇ ਸਾਰੇ ਸੁੱਖਾਂ ਦਾ ਨਿਵਾਸ ਹੈ। ਸਾਰੇ ਸੁੱਖ ਮਹਾਰਾਜ ਜੀ ਦੇ ਚਰਨਾਂ ਵਿੱਚ ਵਸਦੇ ਹਨ। ਜੈਤ ਸਰੇ ਮਹੱਲਾ ਨੌਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਰਾਗ ਜੈਤਸਰੀ ਚ ਆਰੰਭ ਹੋ ਰਹੀ ਹੈ। ਇਸ ਕਰਕੇ ਮੰਗਲ ਵੀ ਕਰਦੇ, ਇੱਕ ਹੈ ਅਕਾਲ ਪੁਰਖ, ਅਦੁੱਤੀ ਹੈ। ਓੰਕਾਰ ਸਭ ਨੂੰ ਪੈਦਾ ਕਰਦਾ ਹੈ, ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਭੁੱਲਿਓ ਮਨ ਮਾਇਆ ਉਰਜਾਇਓ। ਇਹ ਮੇਰਿਆ ਮਨਾ ਕਿੱਥੇ ਭੁੱਲਿਆ ਫਿਰਦਾ, ਮਾਇਆ ਚੁਲਝਿਆ ਫਿਰਦਾ ਤੂੰ। ਨੌਵੇਂ ਪਾਤਸ਼ਾਹ ਬੜੇ ਪਿਆਰੇ ਪਿਆਰੇ ਬਚਨ ਕਰਦੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ। ਔਰ ਇੰਨੇ ਸਰਲ ਸ਼ਬਦਾਂ ਵਿੱਚ ਵੀ ਸਾਨੂੰ ਸਾਰੇ ਮੂਰਖਾਂ ਨੂੰ ਸਮਝ ਆਈ ਜਾਣ। ਐ ਮੇਰਿਆ ਮਨਾ ਕਿੱਥੇ ਭੁੱਲਿਆ ਫਿਰਦਾ, ਮਾਇਆ ਚ ਉਲਝਿਆ ਫਿਰਦਾ। ਭੁੱਲਿਓ ਮਨ ਮਾਇਆ ਉਲਝਾ, ਤੈਨੂੰ ਮਾਇਆ ਦੇ ਉਲਝੇਵੇਂ ਵਿੱਚ ਤੂੰ ਉਲਝਿਆ ਹੋਇਆ। ਜੋ ਜੋ ਕਰਮ ਕੀਓ ਲਾਲਚ ਲੱਗ, ਤਿਹ ਤਿਹ ਆਪ ਬੰਧਾਇਓ। ਜਿਹੜੇ ਜਿਹੜੇ ਕਰਮ ਤੂੰ ਮਨਾ ਲਾਲਚ ਵਸ ਹੋ ਕੇ ਕੀਤੇ ਨੇ, ਕਾਮਨਾ ਰੱਖ ਕੇ ਸਕਾਮ ਕਰਮ ਕੀਤੇ ਨੇ, ਉਹਨਾਂ ਕਰਮਾਂ ਨੂੰ ਕਰਕੇ ਸਗੋਂ ਤੂੰ ਉਹਨਾਂ ਕਰਮਾਂ 'ਚ ਆਪਣੇ ਆਪ ਨੂੰ ਆਪ ਹੀ ਬਣਾਇਆ। ਆਪ ਹੀ ਜਿਵੇਂ ਮੱਕੜੀ ਆਪਣਾ ਤਾਣਾ ਪੇਟਾ ਜਾਂ ਬੁਣ ਕੇ ਆਪ ਹੀ ਉਹਦੇ 'ਚ ਫਸ ਮਰਦੀ ਹੈ। ਕਹਿੰਦੇ ਮਨਾ ਤੂੰ ਲਾਲਚ ਰੱਖ, ਕਿਉਂਕਿ ਅਸੀਂ ਜਿਹੜੇ ਕੰਮ ਕਰਦੇ ਹਾਂ, ਮਾਫ ਕਰਨਾ ਚਾਹੇ ਅਸੀਂ ਨਿਤਨੇਮ ਕਰੀਏ, ਨਾਲ ਕਾਮਨਾ ਜ਼ਰੂਰ ਹੁੰਦੀ। ਗੁਰੂ ਘਰ ਜਾਈਏ ਤਾਂ ਵੀ ਕਾਮਨਾ ਸਾਡੇ ਅੰਦਰ, ਕਿਉਂਕਿ ਅਸੀਂ ਕੋਈ ਵੀ ਕਰਮ ਕਰਦੇ ਹਾਂ ਨਿਸ਼ਕਾਮ ਹੋ ਕੇ ਨਹੀਂ ਕਰਦੇ। ਜਿਹੜਾ ਵੀ ਕਰਮ ਕਾਮਨਾ ਸਹਿਤ ਹੋ ਕੇ ਕੀਤਾ ਜਾਂਦਾ, ਉਹ ਕਰਮ ਬੰਧਨ ਬਣਦਾ, ਫਿਰ ਉਹਦਾ ਫਲ ਤਾਂ ਭੋਗਣਾ। ਜਦੋਂ ਨਿਸ਼ਕਾਮ ਹੋ ਕੇ ਕਰੋਗੇ, ਫਿਰ ਅੰਤਸ਼ਕਰਨ ਸ਼ੁੱਧ ਹੋਵੇਗਾ ਤੇ ਬੰਧਨ ਕੱਟੇ ਜਾਣਗੇ। ਹਾਂਜੀ। ਰਹਾਉ ਸਮਝ ਨਾ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ। ਤੈਨੂੰ ਸਮਝ ਨਹੀਂ ਪਈ, ਹਾਲੇ ਵੀ ਖਾਨੇ ਨਹੀਂ ਬੈਠੀ ਗੱਲ ਤੇਰੇ। ਤੂੰ ਹਾਲੇ ਵੀ ਵਿਸ਼ਿਆਂ ਵਿਕਾਰਾਂ ਦੇ ਰਸ ਵਿੱਚ ਰਚਿਆ ਹੋਇਆ, ਅਨੇਕਾਂ ਜਨਮ ਤੈਨੂੰ ਭਟਕਦਿਆਂ ਬੀਤ ਗਏ ਨੇ। ਤੂੰ ਹਾਲੇ ਵੀ ਹਰੀ ਦੇ ਜਸ ਨੂੰ ਵਿਸਾਰੀ ਬੈਠਾ। ਬੰਦਾ ਠੋਕਰ ਖਾ ਕੇ ਤਾਂ ਬੰਦਾ ਬਣ ਜਾਂਦਾ, ਤੂੰ ਕਈ ਜਨਮਾਂ ਦੀਆਂ ਠੋਕਰਾਂ ਖਾ ਕੇ ਵੀ ਹਾਲੇ ਨਹੀਂ ਸੁਧਰਿਆ।
ਹਾਲੇ ਵੀ ਤੂੰ ਹਰੀ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਵਿਸਾਰੀ ਬੈਠਾ ਹੈ। ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਤਾਇਓ। ਜਿਹੜਾ ਸੁਆਮੀ ਨਾਲ ਸੀ ਉਹਨੂੰ ਜਾਣਿਆ ਹੀ ਨਹੀਂ ਤੂੰ। ਜਿਹੜਾ ਤੇਰੇ ਅੰਗ ਸੰਗ ਸੀ ਪੜਦਾ ਜ਼ਰੂਰ ਰਿਹਾ ਰੋਜ਼ ਸਦਾ ਅੰਗ ਸੰਗੇ ਅਭੰਗੰ ਬਭੂਤੇ, ਪੜਦਾ ਜ਼ਰੂਰ ਰਿਹਾ, ਤੂੰ ਜਾਣਿਆ ਹੈ ਨਹੀਂ ਵੀ ਨਾਲ। ਤੇ ਸਗੋਂ ਉਹਨੂੰ ਲੱਭਣ ਲਈ ਜੰਗਲਾਂ ਨੂੰ ਟੁਰ ਪਿਆ, ਬਨਾਂ ਨੂੰ ਟੁਰ ਪਿਆ ਵੀ ਸ਼ਾਇਦ ਕਿਸੇ ਜੰਗਲ ਦੇ ਖੁੰਝੇ ਦੇ ਵਿੱਚ ਹੀ ਰੱਬ ਇਕੱਠਾ ਜਿਹਾ ਹੋ ਕੇ ਬੈਠਾ ਹੋਵੇ ਤੇ ਮਿਲ ਜਾਏ। ਜੋ ਨਾਲ ਹੈ ਉਹਨੂੰ ਨਹੀਂ ਜਾਣਿਆ। ਰਤਨ ਰਾਮ ਕਟ ਹੀ ਕੇ ਭੀਤਰ ਤਾਕੋ ਗਿਆਨ ਨਾ ਪਾਇਓ। ਉਹ ਨਾਮ ਰੂਪੀ ਰਤਨ ਜਿਹੜਾ ਉਹ ਤੇਰੇ ਘਟ ਦੇ ਅੰਦਰ ਹੀ ਸੀ, ਪਰ ਤੂੰ ਉਹਦਾ ਗਿਆਨ ਪ੍ਰਾਪਤ ਨਹੀਂ ਕੀਤਾ। ਗਿਆਨ ਗੁਰੂ ਕੋਲੋਂ ਮਿਲਣਾ ਸੀ, ਤੂੰ ਉਹਦਾ ਗਿਆਨ ਪ੍ਰਾਪਤ ਨਹੀਂ ਕੀਤਾ। ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੋ ਸੱਜਣਾ, ਰੱਬ ਦੇ ਭਜਨ ਤੋਂ ਬਿਨਾਂ ਤੂੰ ਆਪਣਾ ਜਨਮ ਵਿਅਰਥ ਗਵਾ ਰਿਹਾ। ਇਹ ਜਨਮ ਤੇਰਾ ਵਿਅਰਥ ਬੀਤ ਰਿਹਾ ਪਰਮੇਸ਼ਰ ਦੇ ਭਜਨ ਤੋਂ ਬਿਨਾਂ। ਹਾਲੇ ਵੀ ਵੇਲਾ ਹੈ, ਹਾਲੇ ਵੀ ਸਮਾਂ ਜਦੋਂ ਤੱਕ ਸਾਹ ਚੱਲਦੇ ਨੇ ਸਰੀਰ 'ਚ, ਆਪਣੇ ਇਸ ਜਨਮ ਨੂੰ ਸਵਾਰ। ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗਾਧ ਬੋਧ ਬਾਣੀ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ 703 ਅੰਗ ਤੇ ਕਥਾ ਪਹੁੰਚੀ ਹੈ। 705 ਅੰਗ ਤੇ ਮੱਧ ਲੱਗਣਾ ਹੈ। 17 ਤਰੀਕ ਦਾ ਦਿਨ ਰੱਖਿਆ, ਸੰਗਰਾਂਦ ਵਾਲੇ ਦਿਨ ਸਵੇਰੇ 7 ਤੋਂ 8 ਵਜੇ ਤੱਕ ਮਹਾਰਾਜ ਜੀ ਦੀ ਕਥਾ ਦੇ ਮੱਧ ਦੀ ਆਪਾਂ ਵਿਚਾਰ ਕਰਾਂਗੇ। ਜੈਤਸਰੀ ਦੀ ਵਾਰ ਪ੍ਰਾਰੰਭ ਹੋਵੇਗੀ, ਉੱਥੇ ਨਾਲ ਕੱਤਕ ਦੇ ਮਹੀਨੇ ਦੀ ਵਿਚਾਰ ਆਪਾਂ ਵਿਚਾਰਾਂਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 17 ਤਰੀਕ ਨੂੰ ਸਵੇਰੇ 7 ਤੋਂ 8 ਵਜੇ ਤੱਕ ਦੇ ਸਜੇ ਸਮਾਗਮਾਂ ਵਿੱਚ ਸਮੂਹ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਹਿਬ ਦਾ ਬੜਾ ਵੱਡਾ ਤਰਸ ਵਰਤਿਆ। 2009 ਵਿੱਚ ਇਹ ਕਥਾ ਪ੍ਰਾਰੰਭ ਕੀਤੀ ਸੀ, ਤਕਰੀਬਨ 11-12 ਸਾਲ ਦਾ ਸਮਾਂ ਹੋ ਗਿਆ। ਮਹਾਰਾਜ ਜੀ ਦੀ ਦਇਆ ਨਾਲ ਗੁਰਬਾਣੀ ਦੀ ਇਹ ਕਥਾ ਮੱਧ ਭਾਗ 'ਚ ਪਹੁੰਚੀ ਹੈ। ਸਤਿਗੁਰਾਂ ਦਾ ਸ਼ੁਕਰਾਨਾ ਕਰਾਂਗੇ ਸਾਰੇ ਰਲ ਕੇ। ਵੱਧ ਚੜ ਕੇ ਸਭ ਨੇ ਹਾਜ਼ਰੀਆਂ ਭਰਨੀਆਂ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।